पवन कुमार ने लिखा है, बाबा जी कोटि कोटि प्रणाम। बाबा जी श्री मच्छिंद्र नाथ जो एकांत निवास विच लॉन्ग टाइम गुजारन तो बाद फिर संसार विच फस गया सी। बाबा जी ਉਹ ਅੱਜ ਵੀ फसे ਹੋਏ ਹਨ ਜਾਂ ਮੁਕਤ ਹੋ ਗਏ ਜੀ। ਬਾਬਾ ਜੀ ਉਹ ਕਿਸ ਕਾਰਨ ਸੰਸਾਰ ਵਿੱਚ ਦੁਬਾਰਾ ਫਸੇ ਸਨ। ਪ੍ਰਣਾਮ ਜੀ। ਫਿਰ ਹੇਠਾਂ ਲਿਖਿਆ ਹੈ, ਬਾਬਾ ਜੀ ਮਾਫ ਕਰਨਾ ਜੀ, ਉਹਨਾਂ ਦਾ ਨਾਮ ਸ਼੍ਰੀ ਮਛਿੰਦਰ ਨਾਥ ਜਾਂ ਸ਼੍ਰੀ ਮਛਿੰਦਰ ਦਾਸ ਸੀ। ਇਸ ਤੋਂ ਥੱਲੇ ਰਾਜ ਗਿੱਲ ਨੇ ਲਿਖਿਆ ਹੈ, ਪਵਨ ਕੁਮਾਰ ਜੀ ਤੁਹਾਡੇ ਪ੍ਰਸ਼ਨ ਦਾ ਉੱਤਰ ਬਾਬਾ ਜੀ ਕੀ ਦੇਣਗੇ ਉਹ ਪਤਾ ਨਹੀਂ, ਪਰ ਖਿਆਲ ਆਇਆ ਕਿ ਜਾਣ ਕੇ ਆਪ ਨੂੰ ਕੀ ਲਾਭ ਹੋ ਸਕਦਾ ਹੈ। ਸਮਝ ਨਹੀਂ ਆਇਆ। ਮੈਨੂੰ ਵੀ ਸਵਾਲ ਉੱਠਦੇ ਨੇ, ਪਰ ਕੋਖਣ ਤੋਂ ਪਤਾ ਲੱਗਾ ਕਿ ਮਨ ਸ਼ਰਾਰਤ ਕਰ ਰਿਹਾ ਹੈ। ਮਾਫ ਕਰ ਦੇਣਾ ਜੀ। ਪ੍ਰਣਾਮ ਬਾਬਾ ਜੀ। ਥੱਲੇ ਫਿਰ ਪਵਨ ਕੁਮਾਰ ਨੇ ਲਿਖਿਆ ਹੈ, ਪਲੀਜ਼ ਆਪ ਕੁਝ ਵੀ ਆਨਸਰ ਨਾ ਦੇਣਾ, ਮੈਂ ਓਨਲੀ ਜਾਗਰਤ ਪੁਰਸ਼ ਦਾ ਆਨਸਰ ਸੁਣਾਂਗਾ। ਫਿਰ ਥੱਲੇ ਲਿਖਿਆ ਹੈ, ਮੈਨੂੰ ਬਹੁਤ ਬਹੁਤ ਲਾਭ ਹੋਵੇਗਾ, 100% ਗਰੰਟੀ ਆ ਜੀ। ਇਸੇ ਕਾਰਨ ਹੀ ਤਾਂ ਬੋਲਿਆ ਜਾ ਰਿਹਾ ਹੈ, ਪਰ ਸਿਰਫ ਸੁਣ ਕੇ ਹੀ ਉੱਤਰ ਨਹੀਂ ਮਿਲੇਗਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਧਾਰਮਿਕ ਲੋਕ ਸਤਿਪੁਰਖਾਂ ਦੇ ਉਪਦੇਸ਼ ਪੜ੍ਹ ਕੇ ਉੱਤਰ ਲੈ ਲੈਂਦੇ ਹਨ, ਪੜ੍ਹਿਆਂ ਉੱਤਰ ਥੋੜ੍ਹੀ ਮਿਲਦੇ ਹਨ। ਜਿਨ੍ਹਾਂ ਨੇ ਉੱਤਰ ਦਿੱਤੇ ਹਨ ਨਾ, ਉਹਨਾਂ ਨੇ ਆਪਣਾ ਜੀਵਨ ਦਿੱਤਾ ਸੀ, ਜੀਵਨ ਕੁਰਬਾਨ ਕੀਤਾ ਸੀ, ਲੇਖੇ 'ਚ ਲਾਇਆ ਸੀ। ਅਤੇ ਇਹ ਉੱਤਰ ਜਿਹੜੇ ਹਨ ਨਾ, ਉਹ ਵੀ ਜੀਵਨ ਦੇ ਕੇ ਮਿਲਣਗੇ, ਫਰੀ 'ਚ ਥੋੜ੍ਹੀ ਮਿਲ ਜਾਂਦੇ ਆ। ਕਈ ਸੋਚਦੇ ਹਨ ਵੀ ਕੁਛ ਨਾ ਕਰਨਾ ਪਵੇ, ਬਸ ਸੁਣ ਕੇ ਹੀ ਉੱਤਰ ਮਿਲ ਜਾਵੇ। ਅਤੇ ਸੁਣ ਕੇ ਜਿਹੜਾ ਉੱਤਰ ਮਿਲਦਾ ਹੈ ਨਾ, ਉਹ ਸਿਰਫ ਬੁੱਧੀ ਦੇ ਤਲ 'ਤੇ ਯਾਦ ਹੋ ਜਾਂਦਾ ਹੈ। ਉਹੀ ਉੱਤਰ ਦੂਸਰਿਆਂ ਨੂੰ ਸੁਣਾ ਦਿੰਦੇ ਹਨ ਲੋਕ। ਨਾ ਉਹਨਾਂ ਦੇ ਜੀਵਨ 'ਚ ਉੱਤਰ ਆਇਆ, ਕਿਉਂਕਿ ਉਹਨਾਂ ਦਾ ਜੀਵਨ ਉੱਤਰ ਵਰਗਾ ਬਣਿਆ ਹੀ ਨਹੀਂ ਨਾ। ਅਤੇ ਉੱਤਰ ਮਿਲਦਾ ਹੈ ਜੀਵਨ ਭੇਟ ਕਰਕੇ। ਉਹ ਉੱਤਰ ਹੀ ਨਾਮ ਹੈ, ਇਉਂ ਕਹਿ ਸਕਦੇ। ਅਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਜਗਿਆਸੂ ਲੈਣ ਆਉਂਦਾ ਸੀ ਉੱਤਰ, ਆਪਣੇ ਜੀਵਨ ਦਾ ਉੱਤਰ ਲੈਣ ਆਉਂਦਾ ਸੀ ਨਾ, ਤਾਂ ਉਹਨੂੰ ਸਤਿਗੁਰੂ ਕਹਿੰਦੇ ਸਨ, ਪਹਿਲਾਂ ਗੁਰਦਰਸ਼ਨਾਂ ਦੇ, ਭਾਵ ਕਿ ਜੀਵਨ ਦਾ ਉੱਤਰ ਲੈਣ ਵਾਸਤੇ ਆਇਆ ਹਾਂ, ਅਤੇ ਜੀਵਨ ਭੇਟ ਕਰ, ਮਨ ਭੇਟ ਕਰ ਕਹਿ ਲਓ। ਮਨ ਦੁਆਰਾ ਜਿਹੜਾ ਜੀਵਨ ਤੁਸੀਂ ਜੀ ਰਹੇ ਹੋ, ਉਹ ਭੇਟ ਕਰਕੇ ਉੱਤਰ ਮਿਲਦਾ ਹੈ, ਜਾਂ ਨਾਮ ਕਹਿ ਲਓ ਮਿਲਦਾ ਹੈ ਗੁਰੂ ਦਾ। ਅਤੇ ਜੀਵਨ ਦੇ ਵਿੱਚ ਹੀ ਇਹ ਤਿੰਨੇ ਆ ਜਾਂਦੇ ਹਨ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਤਨ ਅਤੇ ਮਨ ਅਤੇ ਧਨ, ਜਾਂ ਕਹਿ ਲਓ ਸਮਾਂ ਭੇਟ ਕਰ ਦਿੰਦਾ ਹੈ ਜਗਿਆਸੂ ਗੁਰਮੁਖ ਪਿਆਰਾ, ਆਪਣਾ ਸਮਾਂ। ਕਈ ਕਹਿ ਦਿੰਦੇ ਹਨ ਨਾ, ਫਲਾਣੇ ਗੁਰਮੁਖ ਪਿਆਰੇ ਨੇ ਆਪਣਾ ਪੂਰਾ ਹੀ ਸਮਾਂ ਗੁਰੂ ਨੂੰ ਭੇਟ ਕਰ ਦਿੱਤਾ।
ਜੀਵਨ ਭੇਟ ਕਰ ਦਿੱਤਾ। ਦੇਖੋ ਫਿਰ ਜਿਹੜਾ ਸਮਾਂ ਭੇਟ ਕਰ ਦਿੰਦਾ ਹੈ ਨਾ, ਉਹਦਾ ਮਾਇਆ ਵੱਲੋਂ ਵੀ ਛੁਟਕਾਰਾ ਹੋ ਜਾਂਦਾ ਹੈ। ਕਿਉਂਕਿ 3 ਕਾਲ ਸਮੇਂ ਦੇ ਹਨ, ਭੂਤ, ਭਵਿੱਖ ਅਤੇ ਵਰਤਮਾਨ। 3 ਹੀ ਰੂਪ ਮਾਇਆ ਦੇ ਹਨ, ਰਜ, ਤਮ ਅਤੇ ਸਤ। ਅਤੇ ਜਿਹੜਾ ਇਹ ਕਾਲ, ਇਹ ਸਮਾਂ ਗੁਰੂ ਨੂੰ ਭੇਟ ਕਰਤਾ, ਕਾਲ ਗੁਰੂ ਨੂੰ ਭੇਟ ਕਰਤਾ, ਤੋ ਉਹ ਹੀ ਮਾਇਆ ਤੋਂ ਮੁਕਤ ਹੋ ਗਿਆ। ਤ੍ਰਿਗੁਣੀ ਮਾਇਆ ਤੋਂ ਤ੍ਰਿਕੁਟੀ ਛੁੱਟੈ, 10ਵਾਂ ਦਰ ਖੁੱਲ੍ਹੈ, ਤਉ ਮਨ ਖੀਵਾ ਪਾਈ। ਉਹ ਹੀ ਅਕਾਲ ਦੇ ਵਿੱਚ ਭੇਦ ਹੋ ਗਿਆ। ਅਤੇ ਇਹ ਉੱਤਰ ਬੁੱਧੀ ਦੇ ਤਲ 'ਤੇ ਯਾਦ ਰੱਖਣ ਵਾਸਤੇ ਨਹੀਂ ਦਿੱਤੇ ਜਾ ਰਹੇ ਹਨ। ਕਈ ਨੋਟ ਕਰ ਲੈਂਦੇ ਹਨ ਵੀ ਬਾਅਦ 'ਚ ਕੰਮ ਆਵੇਗਾ। ਨਹੀਂ, ਉਹਨਾਂ ਦਾ ਮਨ ਸ਼ੈਤਾਨੀ ਕਰ ਰਿਹਾ ਹੈ। ਮਨ ਐਵੇਂ ਹੀ ਟਾਲਦਾ ਰਹੇਗਾ ਗਾਂ ਦੀ ਗਾਂ। ਫਿਰ ਕਰਾਂਗੇ, ਫਿਰ ਸੋਚਾਂਗੇ, ਚਲੋ ਸੰਭਾਲ ਕੇ ਰੱਖ ਦਿੰਦੇ ਹਾਂ, ਗੱਲ ਬਹੁਤ ਵਧੀਆ ਹੈ। ਅਤੇ ਇਹ ਸਦਾ ਹੀ ਇੱਦਾਂ ਕਰਦਾ ਰਹੇਗਾ। ਪਰ ਜਿਨ੍ਹਾਂ ਨੂੰ ਪਿਆਸ ਹੈ, ਅੰਦਰੋਂ ਤੜਪ ਹੈ, ਦਰਅਸਲ ਉਹ ਹੀ ਉੱਤਰ ਦੇ ਹੱਕਦਾਰ ਵੀ ਹਨ। ਫਿਰ ਉਹ ਜੀਵਨ ਦੇ ਕੇ ਉੱਤਰ ਲੈਂਦੇ ਹਨ। ਅਤੇ ਜਿਹੜੇ ਜੀਵਨ ਦੇ ਕੇ ਉੱਤਰ ਲੈ ਰਹੇ ਹਨ, ਉਹ ਹੀ ਉੱਤਰਾਅਧਿਕਾਰੀ ਹਨ। ਜਿਵੇਂ ਜਨਕ ਉੱਤਰਾਅਧਿਕਾਰੀ ਹੋਏ। ਕਿਵੇਂ ਹੋਏ? ਜੀਵਨ ਭੇਟ ਕਰਕੇ, ਮਨ ਭੇਟ ਕਰਕੇ। ਇੱਕੋ ਹੀ ਗੱਲ ਹੈ, ਗੁਰੂ ਨੂੰ ਫਿਰ ਹੀ ਉੱਤਰ ਮਿਲਿਆ ਨਾ। ਇਵੇਂ ਬਾਬਾ ਲਹਿਣਾ ਜੀ ਉੱਤਰਾਅਧਿਕਾਰੀ ਹੋਏ। ਅਤੇ ਉੱਤਰਾਅਧਿਕਾਰੀ ਬਣੋ ਅਤੇ ਉੱਤਰ ਮਿਲੇਗਾ ਹੀ ਮਿਲੇਗਾ। ਪਿਛਲੀਆਂ ਰਿਕਾਰਡਿੰਗਾਂ ਤੁਸੀਂ ਸੁਣ ਰਹੇ ਹੋ, ਉਹਨਾਂ ਦੇ ਵਿੱਚ ਸ਼ਾਇਦ ਸੁਣਿਆ ਹੈ ਕਿ ਮਛੰਦਰ ਨਾਥ ਬਹੁਤ ਸਮਾਂ ਇਕਾਂਤ 'ਚ ਰਹਿਣ ਤੋਂ ਬਾਅਦ ਵੀ ਸੰਸਾਰ ਵਿੱਚ ਭਟਕ ਗਿਆ। ਪੁੱਛਿਆ ਹੈ ਵੀ ਇੰਨਾ ਲੌਂਗ ਟਾਈਮ, ਲੰਬਾ ਸਮਾਂ ਇਕਾਂਤ 'ਚ ਰਹਿਣ ਤੋਂ ਬਾਅਦ ਵੀ ਕਿਵੇਂ ਭਟਕ ਗਿਆ? ਮਛੰਦਰ ਨਾਥ, ਇਹ ਜਿਹੜੇ ਪ੍ਰਸਿੱਧ 9 ਨਾਥ ਹੋਏ ਹਨ, ਉਹਨਾਂ ਵਿੱਚੋਂ ਇੱਕ ਸੀ। ਜਿਵੇਂ ਪ੍ਰਸਿੱਧ 84 ਸਿੱਧ ਹੋਏ ਹਨ। ਅਤੇ ਸਿੱਧਾਂ ਤੋਂ ਉੱਪਰਲੀ ਪਦਵੀ, ਸਿੱਧ ਨੂੰ ਕਹਿ ਸਕਦੇ ਹਾਂ ਸਾਧਕ ਹੈ, ਅਤੇ ਨਾਥ ਦਾ ਭਾਵ ਹੈ ਜਿਹੜਾ ਗੁਰੂ ਹੋ ਗਿਆ। ਇਵੇਂ ਹੀ ਮਛੰਦਰ ਨਾਥ ਗੋਰਖਨਾਥ ਦਾ ਗੁਰੂ ਸੀ। ਪਰ ਛੋਟੀ ਉਮਰ ਦੇ ਵਿੱਚ ਹੀ ਤਿਆਗੀ ਹੋ ਗਿਆ। ਸੰਸਾਰ ਤਿਆਗ ਕੇ ਆਪਣੇ ਗੁਰੂ ਦੇ ਨਾਲ ਜੰਗਲ ਦੇ ਵਿੱਚ ਚਲੇ ਗਿਆ। ਉੱਥੇ ਹੀ ਧਿਆਨ ਕਰਦਾ ਰਿਹਾ, ਧਿਆਨ ਨੂੰ ਉਪਲਬਧ ਵੀ ਹੋ ਗਿਆ। ਗਾਹਾਂ ਉਹਨਾਂ ਦੇ ਸ਼ਿਸ਼ ਵੀ ਬਣਨੇ ਸ਼ੁਰੂ ਹੋ ਗਏ। ਪਰ ਸੰਸਾਰ ਨੂੰ ਪੂਰੀ ਤਰ੍ਹਾਂ ਭੋਗਿਆ ਨਹੀਂ ਸੀ, ਜਾਣਿਆ ਨਹੀਂ ਸੀ। ਇਸ ਕਾਰਨ ਗਹਿਰੇ ਤਲ 'ਤੇ ਸੰਸਾਰ ਦੀ ਭੋਗ ਦੀ ਇੱਛਾ ਬਣੀ ਰਹੀ। ਉਹ ਵਾਸ਼ਨਾ, ਉਹ ਚਾਹਤ। ਫਿਰ ਜਿੰਨਾ ਚਿਰ ਉਹਦਾ ਗੁਰੂ ਮੌਜੂਦ ਰਿਹਾ, ਉਹਨਾਂ ਚਿਰ 'ਤੇ ਉਹਦੀ ਵਾਸ਼ਨਾ ਪ੍ਰਗਟ ਨਹੀਂ ਹੋਈ। ਡਰਦਾ ਵੀ ਰਿਹਾ ਹੋਵੇਗਾ ਕਿ ਤੁਛ ਜੀ ਵਾਸ਼ਨਾ ਮੈਂ ਗੁਰੂ ਸਾਹਮਣੇ ਕੀ ਪ੍ਰਗਟ ਕਰਨੀ। ਪਤਾ ਵੀ ਲੱਗ ਗਿਆ ਚਿੱਕੜ ਹੀ ਹੈ, ਪਰ ਚਿੱਕੜ 'ਚੋਂ ਜਾਏ ਤੋਂ ਬਿਨਾਂ ਚਿੱਕੜ ਦਾ ਪਤਾ ਵੀ ਨਹੀਂ ਨਾ ਲੱਗਦਾ। ਮਨ ਮੁੜਦਾ ਨਹੀਂ ਹੈ। ਲੱਖ ਸਮਝਾਓ, ਫਿਰ ਜਿੰਨਾ ਸਮਝਾਓ ਓਨਾ ਜ਼ਿਆਦਾ ਪ੍ਰਮਾਣ ਦੇ ਦੇ ਕੇ ਮਨ ਆਪਣੀ ਗੱਲ ਨੂੰ ਸਿੱਧ ਕਰ ਦਿੰਦਾ ਹੈ। ਅਕਸਰ ਦੇਖਿਆ ਹੀ ਨਾ ਤੁਸੀਂ। ਪਰ ਗੁਰੂ ਦੇ ਜਾਣ ਤੋਂ ਬਾਅਦ ਉਹਨੂੰ ਫਿਰ ਥੋੜ੍ਹਾ ਜਿਹਾ ਮੌਕਾ ਮਿਲ ਗਿਆ ਸੰਸਾਰ ਵੱਲ ਜਾਣ ਦਾ।
ਤੇ ਮੌਕਾ ਮਿਲ ਜਾਵੇ ਤੇ ਇੱਕਦਮ ਜਾਂਦਾ ਹੈ ਸੰਸਾਰ ਵਿੱਚ ਮਨ। ਜਿਵੇਂ ਤੁਸੀਂ ਪੁਰਾਣੀਆਂ ਕਹਾਣੀਆਂ ਸੁਣੀਆਂ ਹਨ ਨਾ, ਵੀ ਰਿਸ਼ੀ ਮੁਨੀ ਬੈਠੇ ਸਨ ਜੰਗਲ ਦੇ ਵਿੱਚ, ਕਿਸੇ ਔਰਤ ਨੂੰ ਦੇਖਿਆ, ਇੱਕਦਮ ਉਹਦੇ ਪਿੱਛੇ ਚੱਲ ਪਏ। ਆਮ ਸਧਾਰਨ ਲੋਕ ਵੀ ਸੋਚਦੇ ਵੀ ਅਸੀਂ ਵੀ ਰਿਸ਼ੀਆਂ ਮੁਨੀਆਂ ਤੋਂ ਚੰਗੇ ਹਾਂ, ਅਸੀਂ ਇੱਦਾਂ ਉੱਠ ਕੇ ਇਸਤਰੀ ਦੇ ਪਿੱਛੇ ਨਹੀਂ ਜਾਂਦੇ ਸੁੰਦਰ ਦੇਖ ਕੇ, ਵੀ ਰਿਸ਼ੀ ਮੁਨੀ ਸਾਡੇ ਤੋਂ ਵੀ ਗਏ ਬੀਤੇ ਹੋਣਗੇ। ਨਹੀਂ, ਤੁਸੀਂ ਮਨ ਦੇ ਸੁਭਾਅ ਨੂੰ ਸਮਝਦੇ ਨਹੀਂ ਹੋ। ਜਿਹੜੀ ਵਾਸ਼ਨਾ ਨੂੰ ਗਹਿਰੇ ਦਬਾਇਆ ਗਿਆ ਹੋਵੇ ਨਾ, ਉਹ ਵਾਸ਼ਨਾ ਦਬੀ ਨਹੀਂ ਰਹਿੰਦੀ ਹੈ। ਇਸੇ ਕਾਰਨ ਹੀ ਮੈਂ ਵੀ ਅਕਸਰ ਬਹੁਤ ਵਾਰਾਂ ਕਿਹਾ ਹੈ ਵੀ ਅਗਰ ਤੁਹਾਡੀ ਸੰਸਾਰ ਭੋਗਣ ਦੀ ਵਾਸ਼ਨਾ ਹੈ, ਚਾਹਤ ਹੈ, ਇੱਛਾ ਹੈ, ਤਾਂ ਪਹਿਲਾਂ ਭੋਗ ਲਓ, ਕਿਉਂਕਿ ਦਬਾਇਆ ਵਾਸ਼ਨਾ ਦਬੀ ਨਹੀਂ ਰਹੇਗੀ, ਫਿਰ ਖੜੀ ਹੋ ਜਾਵੇਗੀ। ਫਿਰ ਸੈਂਕੜੇ ਸਾਲਾਂ ਬਾਅਦ ਵੀ ਖੜੀ ਹੋ ਜਾਂਦੀ ਹੈ, ਇਕਾਂਤ 'ਚ ਰਹਿੰਦਿਆਂ ਹੋਇਆਂ ਵੀ। ਦੇਖੋ ਰਿਸ਼ੀ ਮੁਨੀ 12-12 ਸਾਲ ਇਕਾਂਤ ਨਿਵਾਸ ਕਰਦੇ ਹੋਏ ਧਿਆਨ ਕਰਦੇ ਸਨ। ਬਿਲਕੁਲ ਸੰਸਾਰ ਵੱਲੋਂ ਧਿਆਨ ਹਟ ਜਾਂਦਾ ਸੀ, ਟਿਕਾ ਵੀ ਬਣ ਜਾਂਦਾ ਸੀ ਮਨ ਦਾ, ਇਕਾਗਰਤਾ ਵੀ ਬਣਦੀ ਸੀ ਤਦੇ ਤੇ ਇੰਨਾ ਚਿਰ ਬੈਠੇ ਵੀ ਰਹਿੰਦੇ ਸਨ ਉਹ। ਪਰ ਉਹਨਾਂ ਚਿਰ ਵਾਸ਼ਨਾ ਦਾ ਵੀ ਨਹੀਂ ਪਤਾ ਲੱਗਦਾ ਹੈ ਜਿੰਨਾ ਚਿਰ ਪੂਰੀ ਕਰਨ ਦਾ ਕੋਈ ਸਾਧਨ ਨਾ ਦਿਖੇ। ਜਿਵੇਂ ਇਕਾਂਤ 'ਚ ਬੈਠੇ ਬੈਠੇ ਹੰਕਾਰ ਦਾ ਨਹੀਂ ਪਤਾ ਲੱਗਦਾ ਹੈ ਆਦਮੀ ਨੂੰ। ਅਹੰਕਾਰ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਦੂਸਰਾ ਕੁਝ ਕਹਿੰਦਾ ਹੈ, ਚੋਟ ਲੱਗਦੀ ਹੈ, ਗੁੱਸਾ ਆਉਂਦਾ ਹੈ, ਦੂਸਰੇ ਨੇ ਗਾਲ ਕੱਢੀ, ਉਹ ਕਾਰਨ ਬਣਿਆ ਨਾ, ਤੇ ਵਿਸ਼ੇ ਦਾ ਪਤਾ ਲੱਗਾ। ਇਵੇਂ ਹੀ ਇਸਤਰੀ ਗੁਜ਼ਰੀ ਜਾਂ ਸੁੰਦਰ ਮਹਿਲ ਦਿਖਾਈ ਦਿੱਤਾ, ਭੋਗ ਵਿਲਾਸ ਦਿਖਾਈ ਦਿੱਤੇ, ਮੌਕਾ ਵੀ ਮਿਲ ਗਿਆ ਤੇ ਮਨ ਕਹਿੰਦਾ ਚਲੋ ਮੌਕਾ ਗਵਾਉਣਾ ਕਿਉਂ, ਤੋ ਵਾਸ਼ਨਾ ਫਿਰ ਪ੍ਰਗਟ ਹੋ ਜਾਂਦੀ। ਪਰ ਧਾਰਮਿਕ ਲੋਕ ਕਹਿੰਦੇ ਹਨ ਵਾਸ਼ਨਾ ਨੂੰ ਦਬਾਓ। ਜਿਵੇਂ ਅੱਜ ਹੀ ਮੈਂ ਸੁਣ ਰਿਹਾ ਸੀ, ਭਾਈ ਪਿੰਦਰਪਾਲ ਸਿੰਘ ਕਥਾ ਕਰਦੇ ਹੋਏ ਕਹਿ ਰਹੇ ਸਨ ਵੀ ਮਰਿਆਦਾ ਦੇ ਵਿੱਚ ਰਹੋ, ਮਰਿਆਦਾ ਨਾ ਤੋੜਿਓ, ਫਿਰ ਧਾਰਮਿਕ ਚਿੰਨ੍ਹਾਂ ਨੂੰ ਨਾ ਵਿਸਾਰਿਓ, ਇਹਨਾਂ ਦੁਆਰਾ ਮਰਿਆਦਾ ਆਉਂਦੀ। ਜੇ ਧਾਰਮਿਕ ਚਿੰਨ੍ਹਾਂ ਨਾਲ ਹੀ ਮਰਿਆਦਾ ਆਉਂਦੀ ਹੁੰਦੀ ਤੇ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਨਹੀਂ ਸੀ ਕਰਨਾ, ਉਹ ਵੀ ਧਾਰਮਿਕ ਚਿੰਨ੍ਹ ਸੀ ਨਾ। ਉਹ ਕਹਿੰਦੇ ਸਨ ਇਹਦੇ ਪਾਉਣ ਕਰਕੇ ਮਰਿਆਦਾ ਥੋੜ੍ਹੀ ਆਉਣੀ ਹੈ, ਜਤ ਸਤ ਥੋੜ੍ਹੀ ਆਉਣਾ ਹੈ। ਜਤ ਸਤ ਆਉਂਦਾ ਹੈ ਸੰਸਾਰ ਨੂੰ ਜਾਣ ਕੇ। ਜਤ ਦਾ ਅਰਥ ਹੁੰਦਾ ਹੈ ਪੂਰਨ ਤ੍ਰਿਪਤੀ, ਅਤੇ ਜਿਹੜਾ ਸੰਸਾਰ ਨੂੰ ਚੰਗੀ ਤਰ੍ਹਾਂ ਭੋਗ ਲੈਂਦਾ ਹੈ ਉਹ ਪੂਰਨ ਤ੍ਰਿਪਤ ਹੋ ਜਾਂਦਾ ਹੈ। ਤਾਂ ਉਹਦੇ ਅੰਦਰ ਭੋਗ ਦੀ ਆਕਾਂਸ਼ਾ ਨਹੀਂ ਰਹਿੰਦੀ ਕਿਸੇ ਪ੍ਰਕਾਰ ਦੀ ਵੀ, ਸੰਸਾਰ ਵਿੱਚ ਕਿਸੇ ਇੰਦਰੀ ਦੁਆਰਾ ਵੀ ਭੋਗਣ ਦੀ ਚਾਹਤ ਨਹੀਂ ਰਹਿ ਜਾਂਦੀ। ਇਵੇਂ ਹੀ ਬਾਬਾ ਨਾਨਕ ਜੀ ਸਨ, ਅਤੇ ਉਹਦੇ ਅੰਦਰ ਹੀ ਫਿਰ ਸੱਤ ਆ ਜਾਂਦਾ ਹੈ, ਅਤੇ ਜਿਹਦੇ ਅੰਦਰ ਸੱਤ ਆ ਗਿਆ ਉਹਦੇ ਅੰਦਰ ਦਇਆ ਸੁਭਾਵਿਕ ਹੀ ਆ ਜਾਂਦੀ, ਜਿਹਨੂੰ ਪ੍ਰੇਮ ਕਹਿੰਦੇ ਹਨ, ਤਾਂ ਉਹ ਹੀ ਸੰਤੁਸ਼ਟ ਹੋ ਜਾਂਦਾ ਹੈ। ਅਤੇ ਹੁਣ ਇਹ ਧਾਰਮਿਕ ਲੋਕ ਇਉਂ ਥੋੜ੍ਹੀ ਕਹਿ ਰਹੇ ਹਨ, ਜਿਵੇਂ ਬਾਬਾ ਨਾਨਕ ਜੀ ਨੇ ਕਿਹਾ ਸੀ, ਪਹਿਲਾਂ ਆਪਣੇ ਜੀਵਨ 'ਚ ਜਤ ਲਿਆਓ, ਭਾਵ ਕਿ ਸੰਸਾਰਿਕ ਭੋਗਾਂ ਤੋਂ ਪਹਿਲਾਂ ਮੁਕਤ ਹੋ। ਅਤੇ ਸੰਸਾਰਿਕ ਭੋਗਾਂ ਤੋਂ ਮੁਕਤ ਹੋ ਕੇ ਬਾਬਾ ਲਹਿਣਾ ਜੀ ਆਏ ਸਨ, ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਬਾਬਾ ਨਾਨਕ ਜੀ ਨੇ। ਉਦੋਂ ਉਹਨੂੰ ਹੀ ਗੁਰੂ ਅੰਮ੍ਰਿਤ ਛਕਾਉਂਦਾ ਹੈ। ਜਿਵੇਂ ਪੰਜ ਪਿਆਰੇ ਆਏ ਸਨ ਸੰਸਾਰਿਕ ਭੋਗਾਂ ਨੂੰ ਛੱਡ ਕੇ, ਫਿਰ ਆਣ ਕੇ ਸੀਸ ਭੇਟ ਕੀਤਾ ਸੀ। ਮੈਂ ਭੇਟ ਕੀਤੀ ਸੀ ਜਾਂ ਜੀਵਨ ਭੇਟ ਕੀਤਾ ਸੀ, ਮਨ ਭੇਟ ਕੀਤਾ ਸੀ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜਾ ਰਾਸ। ਉਹਨਾਂ ਦੇ ਰਾਸ ਆ ਹੀ ਗਏ ਸੀ ਨਾ, ਅਤੇ ਉਹਨਾਂ ਨੂੰ ਗੁਰੂ ਨੇ ਕੋਈ ਮਰਿਆਦਾ ਥੋੜ੍ਹੀ ਦੱਸੀ ਹੋਵੇਗੀ, ਤੁਸੀਂ ਜੇ ਨਾ ਕਰੋ, ਉਹ ਨਾ ਕਰੋ, ਐਸੇ ਨਾ ਕਰੋ, ਵੈਸੇ ਨਾ ਕਰੋ। ਜਿਹਨੇ ਗੁਰੂ ਨੂੰ ਮਨ ਹੀ ਭੇਟ ਕਰ ਦਿੱਤਾ ਉਹ ਸਹਿਜ ਹੀ ਮਰਿਆਦਾ 'ਚ ਰਹਿੰਦਾ ਹੈ।
ਉਹ ਗੁਰੂ ਵਰਗਾ ਹੋਣਾ ਸ਼ੁਰੂ ਆਪਣੇ ਆਪ ਹੀ ਹੋ ਜਾਂਦਾ ਹੈ, ਉਹਨੂੰ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ ਗੁਰੂ ਦਾ। ਅਤੇ ਇਹ ਧਾਰਮਿਕ ਲੋਕ ਪ੍ਰਚਾਰਕ ਉਹਨਾਂ ਨੂੰ ਮਰਿਆਦਾਵਾਂ ਦੱਸ ਰਹੇ ਹਨ ਜਿਨ੍ਹਾਂ ਨੂੰ ਗੁਰੂ ਨਾਲ ਪ੍ਰੇਮ ਨਹੀਂ ਹੈ। ਪ੍ਰੇਮ ਤੇ ਜੇ ਸੰਸਾਰ ਨਾਲ ਹੈ, ਲਗਾਵ ਕਹਿ ਲਓ। ਅਤੇ ਅਗਰ ਸੰਸਾਰ ਨਾਲ ਲਗਾਵ ਹੈ, ਚਾਹਤ ਹੈ, ਵਾਸ਼ਨਾਵਾਂ, ਕਾਮਨਾ, ਬਹੁਤ ਕੁਛ ਭੋਗਣਾ ਹੈ ਜੇ ਸੰਸਾਰ ਦਾ, ਅਤੇ ਉਹਨਾਂ ਦਾ ਮਨ ਜ਼ਬਰਦਸਤੀ ਮਰਿਆਦਾ 'ਚ ਰਵੇਗਾ ਵੀ ਨਹੀਂ ਅਤੇ ਰਹਿੰਦਾ ਵੀ ਨਹੀਂ ਹੈ, ਕਿਸੇ ਦਾ ਵੀ ਰਹਿ ਥੋੜ੍ਹੀ ਰਿਹਾ ਹੈ। ਹੁਣ ਤੁਸੀਂ ਦੇਖੋ ਮਛੰਦਰ ਨਾਥ ਦਾ ਮਨ ਨਹੀਂ ਰਿਹਾ, ਕਿੰਨਾ ਸਿਰ ਸਾਧਨਾ ਕਰਦਾ ਰਿਹਾ ਉਹ ਇਕਾਂਤ 'ਚ। ਅਤੇ ਜਿਨ੍ਹਾਂ ਨੂੰ ਇਹ ਮਰਿਆਦਾਵਾਂ ਦੱਸ ਰਹੇ ਹਨ, ਜੇ ਨਹੀਂ ਕਰਨਾ, ਵੋ ਨਹੀਂ ਕਰਨਾ, ਐਸਾ ਨਹੀਂ ਕਰਨਾ, ਵੈਸਾ ਨਹੀਂ ਕਰਨਾ, ਉਹਨਾਂ ਦਾ ਮਨ ਰੁਕਿਆ ਰਹੇਗਾ ਕਿੱਥੇ? ਅਤੇ ਜਿੰਨਾ ਰੋਕੋਗੇ ਉਹਨਾਂ ਜ਼ਿਆਦਾ ਜਾਵੇਗਾ। ਅਤੇ ਜਿਹੜੇ ਜਾਣਦੇ ਹਨ ਸਤਿਪੁਰਖ, ਜਾਗਰਤ ਪੁਰਸ਼, ਉਹ ਕਹਿੰਦੇ ਹਨ ਭੋਗ ਲਓ ਪਹਿਲਾਂ ਸੰਸਾਰ ਨੂੰ, ਜਾਣ ਲਓ, ਫਿਰ ਜੇ ਉਹ ਸੰਸਾਰ ਦੇ ਛੱਡਣ ਦੀ ਤਿਆਰੀ ਹੋਈ ਨਾ, ਫਿਰ ਸਾਡੇ ਕੋਲ ਆਇਓ, ਫਿਰ ਹੀ ਅਸੀਂ ਮੁਕਤ ਕਰਾਂਗੇ ਨਾ ਸੰਸਾਰ 'ਚੋਂ। ਸੰਸਾਰ 'ਚੋਂ ਮੁਕਤ ਹੋਣਾ ਹੈ ਨਾ, ਜਿਵੇਂ ਕੋਈ ਜੇਲ੍ਹ 'ਚੋਂ ਮੁਕਤ ਹੁੰਦਾ ਹੈ, ਅਤੇ ਜੇਲ੍ਹ ਨੂੰ ਛੱਡਣ ਨੂੰ ਤਿਆਰ ਹੈ ਅਤੇ ਕੋਈ ਤਾਂ ਹੀ ਮੁਕਤ ਕਰਾਂਗੇ ਨਾ। ਇਸੇ ਕਰਕੇ ਗੁਰੂ ਨੂੰ ਬੰਦੀ ਛੋੜ ਕੇ ਆਇਆ ਹੈ, ਬੰਧਨਾਂ ਤੋਂ ਮੁਕਤ। ਅਤੇ ਸੰਸਾਰਿਕ ਬੰਧਨਾਂ ਤੋਂ ਮੁਕਤ ਹੋਣਾ, ਅਤੇ ਮੁਕਤ ਹੋਣਾ ਚਾਹੋਗੇ ਤਾਂ ਹੀ ਹੋਵੇਗਾ ਨਾ। ਅਤੇ ਜਿਹੜਾ ਸੰਸਾਰਿਕ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ, ਭਾਵ ਕਿ ਮੋਹ ਮਾਇਆ ਤੋਂ ਛੁੱਟਣਾ ਚਾਹੁੰਦਾ ਹੈ, ਗੁਰੂ ਉਹਨੂੰ ਹੀ ਕਬੂਲ ਕਰਦਾ ਹੈ। ਉਹ ਹੀ ਸੰਸਾਰ ਵਿੱਚ ਫਲ ਪੱਕਿਆ ਹੋਇਆ ਸਮਝੋ, ਪੱਕਿਆ ਹੋਇਆ ਗੁਰੂ ਤੋੜ ਲੈਂਦਾ ਹੈ ਅਤੇ ਪ੍ਰਮਾਤਮਾ ਨੂੰ ਭੇਟ ਕਰ ਦਿੰਦਾ ਹੈ। ਅਤੇ ਜਿਹੜੇ ਕੱਚੇ ਹਨ, ਭਾਵ ਕਿ ਜੇ ਕੋਈ ਨਾ ਕੋਈ ਵਾਸ਼ਨਾ ਅਧੂਰੀ ਰਹਿ ਗਈ, ਉਹ ਫੇਰ ਫਸ ਸਕਦੇ ਹਨ, ਜਿਵੇਂ ਮਛੰਦਰ ਨਾਥ ਫਸ ਗਿਆ। ਇਸੇ ਕਾਰਨ ਹੀ ਮੈਂ ਕਹਿੰਦਾ ਕਾਹਲੀ ਨਾ ਕਰੋ, ਧੀਰਜ ਰੱਖੋ।